ਉਹਨਾਂ ਦੇ ਵਿੱਚੋਂ ਸਰਵਪ੍ਰਥਮ ਮਹਾਰਾਜ ਇਹ ਗੱਲ ਕਹਿੰਦੇ ਨੇ, ਜੋ ਗੁਰੂ ਦਾ ਸੇਵਕ ਹੁੰਦਾ ਹੈ, ਜੋ ਗੁਰੂ ਦੇ ਦਰ ਤੇ ਗੁਰੂ ਦੀ ਗੱਲ ਮੰਨਦਾ ਹੈ, ਉਸ ਦੇ ਲੱਛਣ ਕੀ ਹੁੰਦੇ ਨੇ। ਕਿਉਂਕਿ ਲੱਛਣਾਂ ਤੋਂ ਹੀ ਪਤਾ ਲੱਗਦਾ ਹੈ ਇਹ ਸੰਤ ਹੈ, ਸਾਧੂ ਹੈ, ਚੋਰ ਹੈ। ਲੱਛਣਾਂ ਤੋਂ ਹੀ ਪਤਾ ਲੱਗਦਾ ਹੈ ਇਹ ਸੋਨਾ ਹੈ, ਹੀਰਾ ਹੈ, ਇਹ ਗੁਲਾਬ ਦਾ ਫੁੱਲ ਹੈ। ਕਿਉਂਕਿ ਕਿਸੇ ਚੀਜ਼ ਦੇ ਗੁਣ ਤੇ ਅਵਗੁਣ ਉਹੀ ਉਹਨੂੰ ਮਹਾਨ ਬਣਾਉਂਦੇ ਨੇ। ਦੁਨੀਆ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਮਹਾਨ ਨੇ, ਜਿਨ੍ਹਾਂ ਨੂੰ ਦੁਨੀਆ ਤੇ ਬਹੁਤ ਵੱਡਾ ਗਿਣਿਆ ਜਾਂਦਾ ਹੈ, ਉਹ ਇਸ ਕਰਕੇ ਗਿਣਿਆ ਜਾਂਦਾ ਹੈ ਉਹਨਾਂ ਦੇ ਵਿੱਚ ਗੁਣ ਬੜੇ ਨੇ। ਸੋ ਮਹਾਨਤਾ ਗੁਣਾਂ ਕਰਕੇ ਹੈ। ਇਵੇਂ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਬਹੁਤ ਮਾੜਾ ਗਿਣਿਆ ਜਾਂਦਾ ਹੈ, ਜਿਨ੍ਹਾਂ ਦਾ ਨਾਮ ਲੈਣ ਤੋਂ ਵੀ ਲੋਕੀ ਗੁਰੇਜ਼ ਕਰਦੇ ਨੇ, ਉਹ ਉਹਨਾਂ ਦੇ ਸਰੀਰ ਕਰਕੇ ਨਹੀਂ, ਉਹਨਾਂ ਦੇ ਪਰਿਵਾਰ ਕਰਕੇ ਨਹੀਂ, ਸਿਰਫ ਤੇ ਸਿਰਫ ਉਹਨਾਂ ਦੇ ਔਗੁਣਾਂ ਕਰਕੇ। ਦੁਨੀਆ ਦੇ ਉੱਤੇ ਵਡਿਆਈ, ਸ਼ੋਭਾ ਅਤੇ ਬੇਇੱਜ਼ਤੀ, ਪੂਜਾ, ਪ੍ਰਤਿਸ਼ਠਾ, ਇਹ ਸਭ ਜੁੜੀ ਹੋਈ ਹੈ ਗੁਣਾਂ ਦੇ ਉੱਤੇ। ਗੁਣੀ ਮਨੁੱਖ ਨੂੰ ਵੱਡਾ ਬਣਾ ਦਿੰਦੇ ਨੇ, ਔਗਣ ਮਨੁੱਖ ਨੂੰ ਛੋਟਾ ਬਣਾ ਦਿੰਦੇ ਨੇ। ਜਿਸ ਵਿੱਚ ਜਿੰਨੇ ਜ਼ਿਆਦਾ ਗੁਣ ਨੇ, ਉਹ ਉਤਨਾ ਹੀ ਮਹਾਨ ਹੈ, ਉਹ ਉਨੀ ਦੇਰ ਉਹਦਾ ਦੁਨੀਆ 'ਚ ਨਾਮ ਰਹੇਗਾ। ਔਰ ਗੁਰੂ ਦੇ ਸੇਵਕ ਦੇ ਵਿੱਚ ਕੁਝ ਗੁਣ ਹੋਣੇ ਚਾਹੀਦੇ ਨੇ। ਉਹ ਜਿਹੜੇ ਗੁਣੀ ਨੇ, ਉਹ ਮਨੁੱਖ ਨੂੰ ਮਹਾਨ ਬਣਾਉਣਗੇ। ਪਹਿਲੀ ਗੱਲ ਤੇ ਇਹ ਹੈ, ਜੋ ਗੁਰੂ ਦਾ ਸੇਵਕ ਹੈ, ਜਿਸ ਨੂੰ ਆਪਣਾ ਗੁਰੂ ਮੰਨਦਾ ਹੈ, ਪਹਿਲੀ ਗੱਲ ਉਸ ਦੀ ਆਗਿਆ ਵੀ ਮੰਨੇ। ਜੇ ਉਸ ਦੀ ਆਗਿਆ ਹੀ ਨਹੀਂ ਮੰਨਦਾ ਹੈ, ਫਿਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਗੁਰੂ ਤੋਂ ਲਾਹਾ ਨਹੀਂ ਲੈ ਸਕੇਗਾ। ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਉਸ ਤੋਂ ਕੋਈ ਪਰਮਾਰਥ ਦਾ ਲਾਹਾ ਨਹੀਂ ਪ੍ਰਾਪਤ ਕਰ ਸਕੇ। ਕਿਉਂਕਿ ਲਾਹਾ ਪ੍ਰਾਪਤ ਹੋਏਗਾ, ਆਗਿਆ ਮੰਨੇਗਾ। ਅਸੀਂ ਵੇਖਦੇ ਹਾਂ ਦੁਨੀਆ ਦੇ ਵਿੱਚ ਵੱਡੇ ਵੱਡੇ ਵਿਸ਼ਵਵਿਦਿਆਲਿਆ ਨੇ, ਉਹਨਾਂ ਵਿਸ਼ਵਵਿਦਿਆਲਿਆਂ ਦੇ ਵਿੱਚ ਗਿਆਨ ਦਿੱਤਾ ਜਾਂਦਾ ਹੈ, ਯੂਨੀਵਰਸਿਟੀਆਂ ਵਿੱਚ ਗਿਆਨ ਦਿੱਤਾ ਜਾਂਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਜਿੱਥੇ ਮਨੁੱਖ ਨੂੰ ਗਿਆਨ ਦਿੰਦੇ ਨੇ, ਉੱਥੇ ਪਹਿਲਾਂ ਇਹਨੂੰ ਖਾਲੀ ਵੀ ਕਰਦੇ ਨੇ। ਜੋ ਤੇਰੇ ਕੋਲ ਹੈ, ਪਹਿਲਾਂ ਉਹਨੂੰ ਤਿਆਗ ਦੇ। ਜੋ ਕੁਝ ਤੇਰਾ ਹੈ, ਉਹਨੂੰ ਛੱਡ ਦੇ ਪਹਿਲਾਂ। ਔਰ ਇਹ ਤੈਨੂੰ ਮੰਨਣਾ ਪਏਗਾ, ਮੈਂ ਕੁਝ ਵੀ ਨਹੀਂ ਹਾਂ। ਉਸ ਦਿਨ ਗੁਰੂ ਦੀ ਆਗਿਆ ਮੰਨ ਸਕੇਗਾ। ਉਹ ਵੱਖਰੀ ਗੱਲ ਹੈ। ਦੁਨੀਆ ਦੇ ਵਿੱਚ ਮਨੁੱਖਾਂ ਦੇ ਕੋਲ ਪਦਾਰਥ ਨੇ, ਹਰੇਕ ਚੀਜ਼ ਹੈਗੀ ਹੈ ਮਨੁੱਖ ਦੇ ਕੋਲ, ਪਰ ਇਹਨਾਂ ਚੀਜ਼ਾਂ ਦੇ ਹੋਣ ਦੇ ਨਾਲ ਸ਼ਾਂਤੀ ਨਹੀਂ ਹੈ। ਔਰ ਸ਼ਾਂਤੀ ਪ੍ਰਾਪਤ ਕਿਵੇਂ ਹੋਏ, ਇਹਦੀ ਖੋਜ ਵੀ ਕਿਸੇ ਕੋਲ ਨਹੀਂ ਹੈ। ਆਨੰਦ ਕਿਵੇਂ ਪ੍ਰਾਪਤ ਹੋਏ, ਇਹਦੀ ਖੋਜ ਵੀ ਕਿਸੇ ਕੋਲ ਨਹੀਂ ਹੈ। ਕਾਰਨ, ਇਹਦਾ ਕਾਰਨ ਵੀ ਹੈ। ਇਸਦਾ ਇੱਕ ਕਾਰਨ ਹੈ, ਮਨੁੱਖ ਆਪਣੇ ਲੈਵਲ ਤੇ ਖੋਜ ਕਰ ਰਿਹਾ ਹੈ, ਆਪਣੇ ਤਰੀਕੇ ਨਾਲ ਆਨੰਦਿਤ ਹੋਣ ਦੀ ਕੋਸ਼ਿਸ਼ਾਂ ਕਰ ਰਿਹਾ ਹੈ। ਮਨੁੱਖ ਆਨੰਦ ਨਹੀਂ ਚਾਹ ਰਿਹਾ, ਸ਼ਾਂਤੀ ਨਹੀਂ ਚਾਹ ਰਿਹਾ। ਕਾਰਨ, ਕਿਉਂਕਿ ਆਪਣੇ ਤਰੀਕੇ ਨਾਲ ਖੋਜ ਕਰਨ ਲੱਗਿਆ ਹੋਇਆ ਹੈ। ਮਨੁੱਖ ਦੇ ਖੋਜ ਕਰਨ ਦਾ ਤਰੀਕਾ ਆਪਣਾ ਹੈ, ਗੁਰੂ ਦਾ ਤਰੀਕਾ ਨਹੀਂ ਹੈ ਇਹ। ਇਸ ਕਰਕੇ ਜੋ ਕੁਝ ਇਹਨੇ ਮੰਨਿਆ ਹੋਇਆ, ਜੋ ਇਹਦੇ ਵਿਚਾਰ ਨੇ, ਉਹਨਾਂ ਅਨੁਸਾਰ ਹੀ ਇਹ ਚੱਲਦਾ ਹੈ।
ਜੋ ਕੁਛ ਇਹਦੀ ਸੋਚ ਹੈ ਉਹਦੇ ਅਨੁਸਾਰ ਹੀ ਚੱਲਦਾ ਹੈ। ਗੁਰੂ ਦੀ ਸੋਚ ਕੀ ਹੈ ਇਸ ਦਾ ਇਹਨੂੰ ਪਤਾ ਹੀ ਨਹੀਂ ਹੈ। ਜਦੋਂ ਗੁਰਬਾਣੀ ਦਾ ਅਧਿਐਨ ਹੀ ਕਦੇ ਨਹੀਂ ਕੀਤਾ, ਪਤਾ ਕਿਵੇਂ ਲੱਗੇਗਾ ਸੋਚ ਕੀ ਹੈ? ਜਦੋਂ ਸਤ ਸੰਗਤ ਵਿੱਚ ਹੀ ਕਦੇ ਨਹੀਂ ਆਇਆ, ਉਹਨੂੰ ਪਤਾ ਕੀ ਲੱਗੇਗਾ ਗੁਰੂ ਦੀ ਸੋਚ ਕੀ ਹੈ? ਇਸ ਕਰਕੇ ਹਰੇਕ ਮਨੁੱਖ, ਅੱਜ ਦੀ ਦੁਨੀਆ ਹੰਕਾਰ ਦਾ ਜਗਤ ਚੱਲ ਰਿਹਾ ਹੈ, ਹਉਮੈ ਦਾ। ਅੱਜ ਦੀ ਦੁਨੀਆ ਦੇ ਵਿੱਚ ਹਰੇਕ ਮਨੁੱਖ ਆਪਣੀ ਹਉਮੈ ਦੇ ਵਿੱਚ ਹੈ। ਕਿਸ ਹਉਮੈ 'ਚ? ਜਿਹਦੇ ਵਿੱਚ ਇਹ ਸਮਝ ਰਿਹਾ ਹੈ ਮੈਨੂੰ ਸਾਰਾ ਕੁਝ ਪਤਾ ਹੈ। ਇਹਦੇ ਦੁੱਖਾਂ ਦਾ ਕਾਰਨ ਇਹੀ ਹੈ। ਇਹ ਗੁਰੂ ਦੇ ਕੋਲ ਆਏਗਾ, ਮੰਦਰ ਜਾਏਗਾ, ਮਸਜਿਦ ਜਾਏਗਾ, ਗੁਰਦੁਆਰੇ ਵੀ ਆਏਗਾ, ਉੱਥੇ ਇੱਕੋ ਹੀ ਗੱਲ ਕਹਿੰਦਾ, ਪਰਮਾਤਮਾ ਤੂੰ ਮੈਨੂੰ ਪਦਾਰਥ ਦੇਣੇ, ਵਰਤਣੇ ਕਿਵੇਂ ਨੇ ਉਹ ਮੈਂ ਜਾਣਦਾ ਹਾਂ। ਬਸ ਉਹ ਵੱਖਰੀ ਗੱਲ ਹੈ, ਮੰਗਣੇ ਨੇ ਜਾਂ ਨਹੀਂ ਮੰਗਣੇ ਨੇ ਉਹ ਵੱਖਰੀ ਗੱਲ ਹੈ, ਪਰ ਵਰਤਣੇ ਕਿਵੇਂ ਨੇ ਇਹ ਵੱਡੀ ਗੱਲ ਹੈ। ਹੋਣਾ ਨਾ ਹੋਣਾ ਵੱਖਰੀ ਗੱਲ ਹੈ। ਜੇ ਹੈਗੇ ਨੇ ਉਹਨਾਂ ਦਾ ਵਰਤ ਵਰਤਾਵ ਕਿਵੇਂ ਕਰਨਾ ਹੈ ਕੌਣ ਸਿਖਾਏਗਾ? ਇੱਕ ਬੱਚਾ ਹੈ, ਉਸ ਦੇ ਕੋਲ ਬੰਦੂਕ ਹੈ, ਉਹ ਕਿਹਦੇ ਤੇ ਚਲਾਉਣੀ ਹੈ ਕਿਤੇ ਨਹੀਂ ਚਲਾਉਣੀ ਕੌਣ ਦੱਸੇਗਾ ਉਹਨੂੰ? ਨਹੀਂ ਤੇ ਉਹ ਆਪਣਾ ਨੁਕਸਾਨ ਆਪ ਹੀ ਕਰ ਸਕਦਾ ਹੈ, ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰ ਸਕਦਾ ਹੈ। ਇਸ ਕਰਕੇ ਦੁਨੀਆ ਦੇ ਜਿਹੜੇ ਪਦਾਰਥ ਨੇ ਇਹ ਵਰਤਣੇ ਕਿੱਥੇ ਨੇ, ਕਿਵੇਂ ਵਰਤਣੇ ਨੇ, ਔਰ ਇਹਨਾਂ ਪਦਾਰਥਾਂ ਦੇ ਵਿੱਚ ਹੀ ਪਰਮਾਤਮਾ ਕਿਵੇਂ ਵੇਖਣਾ ਇਹ ਕੌਣ ਦੱਸੇਗਾ? ਗੁਰੂ। ਹੁਣ ਮਨੁੱਖ ਪਦਾਰਥ ਤਾਈਂ ਤੇ ਠੀਕ ਹੈ, ਪਰਮਾਤਮਾ ਨੇ ਧੀਆਂ ਦਿੱਤੇ ਨੇ, ਪੁੱਤਰ ਦਿੱਤੇ ਨੇ, ਪਰਮਾਤਮਾ ਨੇ ਗੱਡੀ ਦੇ ਦਿੱਤੀ ਹੈ, ਘਰ ਦੇ ਦਿੱਤਾ ਹੈ। ਹੁਣ ਉਸ ਘਰ ਦੇ ਵਿੱਚ ਰਹਿਣਾ ਕਿਵੇਂ ਹੈ ਇਹ ਕੌਣ ਦੱਸੇਗਾ? ਕਿਹੋ ਜਿਹੀ ਮਨੁੱਖ ਦੀ ਸੋਚ ਹੋਣੀ ਚਾਹੀਦੀ ਹੈ ਇਹ ਕੌਣ ਦੱਸੇਗਾ? ਗੁਰੂ। ਔਰ ਉਹਦੇ ਵਾਸਤੇ ਜ਼ਰੂਰੀ ਇਹ ਹੈ ਜੋ ਉਹਦੀ ਆਗਿਆ ਹੈ ਉਹਨੂੰ ਮਨ ਵਿੱਚ ਸਹੇ। ਮੈਂ ਆਪ ਜੀ ਦੇ ਸਾਹਮਣੇ ਗੁਰੂ ਦੀ ਆਗਿਆ ਮੰਨਣ ਦੇ ਉੱਤੇ ਇੱਕ ਸਾਖੀ ਹੈ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਜੀ ਦੀ, ਕਿਉਂਕਿ ਜਿੰਨਾ ਹੁਕਮ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਦਾ ਮੰਨਿਆ, ਸ਼ਾਇਦ ਹੀ ਦੁਨੀਆ ਵਿੱਚ ਐਸਾ ਕੋਈ ਹੋ ਸਕੇਗਾ। ਜਿੰਨੀ ਤਨਦੇਹੀ ਔਰ ਜਿੰਨੀ ਸੰਜੀਦਗੀ ਦੇ ਨਾਲ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚ ਰਹੇ ਨੇ, ਔਰ ਤਾਂ ਹੀ ਕੱਟ ਕੇ ਏਡਾ ਵੱਡਾ ਮਰਤਬਾ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼ਾਇਦ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਨੇ। ਬੜੇ ਦਿਨ ਹੋ ਗਏ ਨੇ, 2 ਦਿਨ ਹੋ ਗਏ, ਬਾਰਿਸ਼ ਚੱਲ ਰਹੀ ਸੀ, ਲੰਗਰ ਵੀ ਨਾ ਪੱਕਿਆ, ਸੰਗਤ ਦੇ ਛਕਣ ਲਈ ਕੋਈ ਵੀ ਪਦਾਰਥ ਨਹੀਂ ਸੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਭਾਈ ਲਹਿਣੇ ਨੂੰ ਕਹਿੰਦੇ ਨੇ, ਆਪਣੇ ਪੁੱਤਰਾਂ ਨੂੰ ਕਹਿੰਦੇ ਨੇ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ। ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਉਹ ਵੀ ਉੱਥੇ ਹੀ ਨੇ। ਉਹ ਕਹਿੰਦੇ ਬੇਟਾ ਸੰਗਤ ਦੇ ਛਕਣ ਲਈ ਕੁਝ ਨਹੀਂ ਹੈ, ਇਹ ਜਿਹੜਾ ਕਿੱਕਰ ਖੜਿਆ ਨਾ ਇਹਦੇ ਤੇ ਚੜੋ, ਇਹ ਤੇ ਚੜ ਕੇ ਇਹਨੂੰ ਉੱਤੋਂ ਹਿਲਾਓ ਤੇ ਇਤੋਂ ਪਦਾਰਥ ਡਿੱਗਣਗੇ। ਬਾਬਾ ਸ਼੍ਰੀ ਚੰਦ ਕਹਿੰਦੇ ਨੇ ਇਹ ਕਿਹੜੀ ਅਨਹੋਣੀ ਗੱਲਾਂ ਕਰਦੇ ਹੋ, ਅੱਜ ਤਾਈਂ ਤੇ ਕਿਸੇ ਅਵਤਾਰ ਨੇ ਕੀਤੀ ਨਹੀਂ। ਗੁਰੂ ਜੀ ਇਹ ਗੱਲ ਚੰਗੀ ਨਹੀਂ ਹੈ, ਇਹ ਕੈਸੀਆਂ ਗੱਲਾਂ ਤੁਸੀਂ ਕਰ ਰਹੇ ਹੋ? ਪਦਾਰਥ ਕਦੀ ਦਰਖਤਾਂ ਦੇ ਉੱਤੋਂ ਡਿੱਗੇ ਨੇ? ਇਹੀ ਗੱਲ ਗੁਰੂ ਸਾਹਿਬ ਨੇ ਲਖਮੀ ਦਾਸ ਨੂੰ ਕਹੀ। ਲਖਮੀ ਦਾਸ ਵੀ ਕਹਿੰਦਾ ਨਹੀਂ ਮੈਂ ਤੇ ਨਹੀਂ ਚੜਨਾ, ਮੇਰਾ ਦੁਨੀਆ 'ਚ ਹਾਸਾ ਬਣੇਗਾ। ਔਰ ਸਿਰਫ ਆਪਣੇ ਹਾਸੇ ਦੇ ਕਰਕੇ, ਭਾਵ ਆਪਣੀ ਹਉਮੈ ਹਜੇ ਤਾਈਂ ਹੈ, ਮੈਂ ਕੁਛ ਹਾਂ। ਪਰ ਯਾਦ ਰੱਖਣਾ ਸੇਵਕ ਕੁਛ ਨਹੀਂ ਹੁੰਦਾ। ਜਿਹੜਾ ਬਾਣੀ ਸੇਵਕ ਗਿਆ ਉਹ ਕੀ ਹੋਏਗਾ? ਕੁਛ ਵੀ ਨਹੀਂ। ਜਿਹਦਾ ਨਾ ਹੀ ਸੇਵਕ ਹੈ, ਜਿਹਦਾ ਨਾ ਹੀ ਦਾਸ ਹੈ, ਉਹਦੀ ਕੀ ਇੱਜ਼ਤ ਤੇ ਕੀ ਬੇਇੱਜ਼ਤੀ। ਇਹਨੂੰ ਮਹਾਰਾਜ ਕਹਿੰਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ। ਜਾਂ ਇਹਨੂੰ ਮਹਾਰਾਜ ਐਵੇਂ ਕਹਿੰਦੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਭਾਵ ਆਪਣੇ ਆਪ ਦੀ ਜਿਹੜੀਆਂ ਇੱਛਾਵਾਂ ਨੇ, ਜੋ ਤੇਰੀ ਸੋਚ ਹੈ ਉਹਨੂੰ ਖਤਮ ਕਰ ਦੇ। ਪਹਿਲਾਂ ਜੋ ਕੁਝ ਤੂੰ ਸੋਚਦਾ ਹੈ, ਜ਼ਿੰਦਗੀ ਨੂੰ ਮਨੁੱਖ ਜਿਵੇਂ ਆਪਣੇ ਐਂਗਲ ਤੋਂ ਸੋਚਦਾ ਹੈ
उस एंगल ਨੂੰ ਨਸ਼ਟ ਕਰਨਾ ਪੈਣਾ ਹੈ ਜੇ ਗੁਰੂ ਤੋਂ ਕੁਝ ਲੈਣਾ ਹੈ। ਜਿਵੇਂ ਦੁਨੀਆ ਨੂੰ ਅਸੀਂ ਵੇਖ ਰਹੇ ਹਾਂ, ਜਿਵੇਂ ਮਨੁੱਖ ਦੁਨੀਆ ਨੂੰ ਵੇਖਦਾ ਹੈ, ਉਹ ਚਸ਼ਮਾ ਸਾਰਾ ਹੀ ਤੋੜਨਾ ਪੈਣਾ ਹੈ। जिस दिन वो सोच टुट जाएगी फिर गुरु की सोच इस दे अंदर आएगी, उस तो पहला नहीं आनी। हुण बाबा लक्ष्मी दास जी अपने चश्मे नाल दुनिया वेख रहे हैं कि मैं इत्ते चढ़ांगा, जे चढ़ गया उत्तों फ्रूट ना डिगे मेरी बेइज्जती हो जाएगी। अपनी बेइज्जती तो है, अपनी बेइज्जती तो है, पर अब गुरु के हुक्म का कोई पता नहीं है। इधर एडा वड्डा गुरु हुक्म कर रहा, जे हुक्म उलंघना हो गई तो फिर वो नहीं डर है। ये काम सेवक का नहीं है। सेवक का काम यह है गुरु का हुक्म रहना चाहिए, मेरा भावें कुछ रहे भावें ना रहे। इनू कहते हैं मुर्दा होए मुरीद ना गली होवना। सिख बनना कोई बच्चों की गलबात नहीं है। मैं बड़ी बारी ये बेनती की है, जिन्नी महंगी गल सिखी सिख होना है, इस तो मुश्किल गल दुनिया ते कुछ नहीं है। बाहरी तौर पर सिख हो जाना एक शिंगार है तो बड़ी छेती बनया जाता है। अंतरीवी तौर पर सिख बनना तो भाई मंझ नूं पुछया जाएगा सिख किवें बनया जाता है। हुण बाबा लहणा जी उन्होंने महाराज ने सेम गल कही, चढ़ो तुसीं दरख्त उत्ते। कोई गल नहीं पूछी, पुछया ही नहीं। उत्तों की करना कि चढ़ पे, चढ़न लगे ने बाबे श्री चंद होना बांह फड़ लई। कहंदे लहणिया ठीक है, गुरु ते बजुर्ग हो गया, पिता ते बजुर्ग हो गया, तू ते सियाणा है। कदे दरख्तां दे उत्तों भी फल डिगे ने। जेड़ा जवाब भाई लहणा जी देंदे ने, यही जवाब हरेक सिख दा हुंदा है। वो कहंदे ने बाबा श्री चंद जी, मैं तुहानू एक गल कहनी चाहांगा, मैनू नहीं पता दरख्तां दे फुल लगते ने कि फल लगते ने कि उत्तों पदार्थ डिगते ने, पर मैनू तो मेरे गुरु नानक का हुक्म है, मैनू हिलाउणा ही हिलाउणा, डिगे भावें ना डिगे वखरी गल है, मैं हिलाउणा ही हिलाउणा। हुक्म मैं मनना ही मनना है। इनू महाराज कहने गुर कै ग्रह सेवक जो रहे, गुर की आग्या मन में सह। हुण इत्थे शब्द है सह, भाव गुरु की आग्या सहनी पैंदी है। पहला गुरु के शब्द ते तुरना पैंदा है, सहना पैंदा है। उहदे विचों जिहड़ा फल है वह बाद विच आउंदा है, मनना पैंदा है पहला, और बिना वेखे ही मनना पैंदा है। यह भी गल याद रखना, बिना तोले ही मनना वेखना पैंदा है। उत्ते कोई तोल नहीं, कोई विचार नहीं, फिर भी मनना पैंदा है। असल दे विच ना तुलसीदास ने एक दोहा लिखिया है, उहदे विच वो लिखदा है, गुरु दी ते माता पिता दी आग्या मनुख नूं बिना वेखे ही मन लेनी चाहिए है, बिना विचारे ही मन लेनी चाहिए है। जिवें एक बच्चा है, उहदी माँ उहनूं अग तो रोकदी है। बच्चे नूं नहीं पता अग खतरनाक है कि ठीक है, उन्होंने की पता अग दा, पर बच्चा बिना विचार करे ही माँ की गल मन लैंदा, बिना विचार किते। कदी नहीं पूछया बच्चों ने, उहदी माँ रोकदी है, ये बोतल है, इहदे विच जहर है, नहीं पीना, भावें जहर है भावें नहीं है, पर मन लैंदा बच्चा। कदे वेखना तुसीं कई बारी मावां बच्चा बार बार कोल्ड ड्रिंक मंगे, इन्हां नूं कह देंदे जहर है, बच्चे नूं नहीं पता है कोल्ड ड्रिंक ही है। झूठ बोल दिता बच्चे ने, फिर भी मान लिया, उन्होंने नहीं पता झूठ है कि सच है। इनू कहते ने आग्या का पालन करना, सहन करना। जदों गुरु कह दिंदा है ये चीज़ तेरे लिए चंगी नहीं है, बस नाल ही मान लेनी। इनू कहते ये गुरु का सेवक बन गया। सो महाराज बाणी दे विच जिन्ने भी शब्द कहते ने, बिना विचार करे ही उन्होंने मन लेना। जिवें मनांगे, मैं फिर कह दिया रिजल्ट बाद में आउणगे। जिवें एक अध्यापक बच्चों नूं सवाल कढ़न का फार्मूला दसदा है, सवाल कढ़न का सूत्र दसदा है, मैथ के सवाल कढ़न का।
बच्चे पहल ये नहीं पुछते इस तो सवाल निकलेगा कि नहीं निकलेगा, नहीं। बच्चे फार्मूला फड़ते हैं तो अप्लाई कर देंगे ने, सवाल अपने आप ही हल हो जाता है। सवाल हल अपने आप ही हो जाना है। पर जदों बच्चे अपने टीचर की आग्या मन लैन, इवें महाराज कहते जे मनुख तेरी जिंदगी दे विच दुख ही दुख ने, पीड़ा ही पीड़ा है, आनंद कदे मिले ही नहीं है, कहते फिर गुरु का हुक्म मन अज ही ठीक हो जाएगा। और बाणी तो यह कहती है, कहते जिहदी जिंदगी दे विच दुख ते संताप चल रहे ने, उसका कारण इको ही है, उन्हें कभी हुक्म नहीं मन्निया है। यही कारण है। उसकी जिंदगी नूं तुसीं खोल के वेखोगे, उसदे परिवार की जिंदगी नूं खोल के वेखोगे, उन्हां दी जिंदगी विच गुरु के शब्द नहीं होणगे। कदे नोट कर लेना। जिस परिवार विच बहुता कलेश है, बहुता झगड़ा है, जिस मनुख के मन विच, जिसका मन हमेशा काला पैंदा है, क्रोधी है, लड़दा ही रहिंदा है, उहदे मन नूं कदे खोल के वेखना, उहदे मन दे विच कदे भी गुरु के शब्द नहीं होणगे। उस परिवार दे विच कदे गुरु की बाणी नहीं होएगी। यही कारण है। मैं आप जी सामने ये भी बेनती कर दिया। और एक कदी मत जानना, आप कहते हैं ये सिख है, लो ये गुरुद्वारे भी जाता है तां भी परेशानी है, नहीं, ऐसी गल नहीं है। ਉਹਦੇ जीवन च परेशानी का कारण यह है, भावें गुरुद्वारे जाता है, कदे गुरु की गल सुनी नहीं है उन्हें, कारण यह है, आ परेशानी का कारण है। कदे जाता तो टीचर के कोल है, हाजरी लवा के ही मड़ होंदा, क्लास में तो बहता ही नहीं है। जो कुछ सबक सिखाया जाता है, वो सबक तो कभी जिंदगी में धारण ही नहीं किया, फिर जिंदगी बदलेगी किवें? नहीं बदलेगी। इस करके बहिश्तर लोग, जिवें फिरदौसी कहंदा वो राजे नूं, जिहड़ा राजा उन्होंने पुछदा है मैनू दुनिया की सच्चाई दस, फिरदौसी कहंदा राजा दुनिया ते लोग रोंदे होए आउंदे ने, रोंदे होए जिउंदे ने, रोंदे होए चले जाते हैं, यही दुनिया का सच है। क्यों? गुरु तो भी होने ने, कदे कोई परमात्मा की गल उन्हें सीखी नहीं है। इस करके गुरु की आग्या नूं मन में सहना पैंदा है। हुण गुरु की जो इच्छा है, अपनियां इच्छावां का त्याग करांगे तो उसकी इच्छा मनी जाएगी। अपनियां इच्छावां का त्याग करना पएगा। जिहड़ी जगह तो वह रोकदा है उत्थों रुकना पएगा, जिहड़े कर्म तो वह रोकदा है वह कर्म तो रुकना पएगा, तां जाके गुरु की आग्या मनी जा सकती है। इन्हूं गुरु नानक साहब कहंदे ने, जे मेरे कोल तू आउणा है पहला मरण कबूल कर। मरण का मतलब अपनियां इच्छावां नूं मार पहला। हुण तेरी इच्छा नहीं चलेगी, हुण गुरु की इच्छा चलेगी। जी धारण कर लिया किसी ने गुरु, या तो धारण ही नहीं किया है, ठीक है, नहीं धारण किया चंगी गल है। घट्टो घट्ट उन्होंने पता है मेरी जिंदगी में गुरु नहीं है, सामने वेख जाता है, इसकी जिंदगी गुरु नहीं है। जे मन लिया है फिर उसकी गल मन लवे। जे उसकी गल मननी है, पहला जो कुछ आप मन्निया होया है उन्होंने तोड़ना पएगा, तां विच आएगा। वस्तु अंदर वस्त समावै, दूजी होवे पास। भांडा धोए बैस धूप देवो, तो दुध है को जावो। पहला अपने मन को धोना पएगा, मन को खाली करना पएगा। इस करके जो आप मन्निया होया है उन्होंने नष्ट करना पएगा। जिस निगाह दे नाल असी दुनिया वेख रहे हैं, वो निगाह तोड़नी पएगी, वो चश्मे तोड़ने पैणगे। फिर किहड़े चश्मे लगाने पैणगे? जिहड़े चश्मे गुरु नानक दे रहा है वो लगाने पैणगे। तां दुनिया की जिहड़ी निगाह है वो साडी बदल सकती है। असल दे विच असीं कह दिंदे हां ये मनुख बड़ा बदल गया। की बदलदा है? शरीर बदल जाता है? नहीं। उहदे कन बदल जाते हैं? नहीं। अखां बदल जांदियां ने? नहीं। सोच बदल जाती है। सोच बदली, मनुख बदल गया। सिर्फ सोच का बदल जाना ही मनुख का बदल जाना है। असीं कह दिंदे हां अज तो 10 साल पहला ऐसा नहीं सी हुंदा। अज तो बड़ा धर्मात्मा बन गया है। जदों धर्मात्मा बने कि वह शरीर धर्मात्मा बने ने? शरीर तो ही है, पर शरीर दीयां आदतां बदल गई ने। हुण वेखणी बदल गई है।
ਅੱਖਾਂ ਪਹਿਲਾਂ ਜਿਵੇਂ ਆਪਣੇ ਆਪ ਵਕਾਰ ਵਹਿੰਦੀਆਂ ਸੀ, ਵਹਿੰਦੀ ਤੇ ਹੁਣ ਵੀ ਦੁਨੀਆ ਨੂੰ ਹੈ, ਪਰ ਉਵੇਂ ਨਹੀਂ ਵਹਿੰਦੀ। ਅੱਖਾਂ ਵਹਿੰਦੀਆਂ ਤੇ ਅੱਜ ਵੀ ਦੁਨੀਆ ਹੈ, ਪਰ ਅੱਖਾਂ ਉਵੇਂ ਨਹੀਂ ਵਹਿੰਦੀਆਂ ਜਿਵੇਂ ਵੇਖਣਾ ਚਾਹੀਦਾ। ਕੰਨ ਨੇ, ਕੰਨ ਉਹੀ ਨੇ, ਸੁਣਦੇ ਵੀ ਨੇ, ਪਰ ਉਵੇਂ ਨਹੀਂ ਸੁਣਦੇ ਜਿਵੇਂ ਪਹਿਲਾਂ ਸੁਣਦੇ ਸੀ। ਕੰਨਾਂ ਦੇ ਵਿੱਚ ਜੋ ਬਚਨ ਨੇ ਉਹ ਨਹੀਂ ਪੈ ਰਹੇ ਜਿਹੜੇ ਪਹਿਲਾਂ ਪੈਂਦੇ ਸੀ। ਕੰਨ ਤੇ ਉਹੀ ਨੇ। ਕੰਨਾਂ ਦੀ ਸਰੋਤ, ਅੰਦਰੋਂ ਮਨ ਬਦਲ ਗਿਆ, ਸਭ ਕੁਝ ਬਦਲ ਗਿਆ। ਇਹਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ, ਤੂੰ ਆਪਣੇ ਮਨ ਨੂੰ ਬਦਲ। ਮਨ ਬਦਲੇਗਾ ਕਿਵੇਂ? ਗੁਰੂ ਦੇ ਬਚਨਾਂ ਨਾਲ। ਮਨ ਜੀਤੈ ਜਗ ਜੀ। ਮਨ ਨੂੰ ਜਿੱਤ ਲੈ ਬਸ। ਮਨ ਨੂੰ ਜਿੱਤਣਾ ਹੀ ਜਗਤ ਨੂੰ ਜਿੱਤ ਲੈਣਾ ਹੈ। ਆਪਣੇ ਮਨ ਨੂੰ ਜਿੱਤਣਾ ਹੀ ਆਪਣੇ ਇਹ ਜੀਵਨ ਰੂਪੀ ਜਿਹੜਾ ਜਗਤ ਹੈ, ਅੱਖਾਂ, ਕੰਨ, ਨੱਕ, ਇਹ ਜਿੱਤੇ ਜਾਂਦੇ ਨੇ। ਪਹਿਲਾ ਸੇਵਕ ਦਾ ਕੰਮ ਆਗਿਆ ਮੰਨੇ। ਦੂਜੀ ਗੱਲ ਕਹਿੰਦੇ ਨੇ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਦੂਜੀ ਪਛਾਣ ਸੇਵਕ ਦੀ। ਪਹਿਲੀ ਪਛਾਣ ਤੇ ਇਹ, ਜੋ ਕੁਛ ਉਹਨੂੰ ਸਬਕ ਦੱਸਿਆ ਗਿਆ ਹੈ ਉਹਨੂੰ ਮੰਨ ਲਵੇ। ਦੂਜੀ ਪਹਿਚਾਣ ਕੀ ਹੈ? ਦੂਜੀ ਪਹਿਚਾਣ ਇਹ ਹੈ, ਆਪਣੀ ਸੋਚ ਨੂੰ ਕੁਝ ਵੀ ਨਾ ਮੰਨੇ। ਆਪਸ ਕੋ ਕਰ ਕਛ ਨਾ ਜਨਾਵੈ। ਆਪਣੇ ਆਪ ਨੂੰ ਕੁਝ ਵੀ ਨਾ ਮੰਨੇ, ਭਾਵ ਆਪਣੀ ਸੋਚ ਨੂੰ ਕੁਝ ਵੀ ਨਾ ਮੰਨੇ, ਰੱਖਦੇ ਸਾਈਡ ਦੇ ਵਿੱਚ। ਪਰ ਇੱਕ ਗੱਲ ਰੱਖਣਾ ਸਾਧ ਸੰਗਤ, ਦੁਨੀਆ ਵਿੱਚ ਜੇ ਸਭ ਤੋਂ ਔਖਾ ਕੰਮ ਕੋਈ ਹੈ, ਸਭ ਤੋਂ ਔਖਾ ਕੰਮ ਆਪਣੇ ਵਿਚਾਰਾਂ ਨੂੰ ਛੱਡਣਾ ਹੈ। ਆਪਣੇ ਵਿਚਾਰਾਂ ਨੂੰ। ਬਾਕੀ ਸਾਰੀਆਂ ਚੀਜ਼ਾਂ ਛੱਡੀਆਂ ਸੌਖੀਆਂ ਨੇ। ਮਨੁੱਖ ਰੋਟੀ ਵੀ ਛੱਡ ਕੇ ਵੇਖ ਲੈਂਦਾ। ਰੋਜ਼ਿਆਂ ਦੇ ਵਿੱਚ ਲੋਕੀ ਇੱਕ ਮਹੀਨਾ ਰੋਟੀ ਛੱਡ ਲੈਂਦੇ ਨੇ, ਪਰ ਜਿਹੜੇ 1 ਮਹੀਨਾ ਮੁਹੰਮਦ ਸਾਹਿਬ ਦੇ ਕਹਿਣ ਤੇ ਰੋਟੀ ਛੱਡ ਸਕਦੇ ਨੇ, ਮੁਹੰਮਦ ਸਾਹਿਬ ਦੇ ਕਹਿਣ ਤੇ ਆਪਣੇ ਵਿਚਾਰ ਨਹੀਂ ਛੱਡ ਸਕਣਗੇ। ਰੋਟੀ ਛੱਡਣੀ ਆਸਾਨ ਹੈ, ਆਪਣੇ ਮਨ ਦੇ ਵਿਚਾਰ ਛੱਡਣੇ ਬੜੇ ਔਖੇ ਨੇ, ਬਹੁਤ ਔਖਾ। ਇਹਨੂੰ ਹੀ ਮਨ ਨੂੰ ਜਿੱਤਣਾ ਕਹਿੰਦੇ ਨੇ। ਆਪਣੇ ਮਨ ਦੇ ਵਿਚਾਰ ਛੱਡਣੇ ਬੜੇ ਔਖੇ ਨੇ, ਔਰ ਘਰਾਂ ਵਿੱਚ ਲੜਾਈ ਵਿਚਾਰਾਂ ਦੀ ਹੀ ਹੈ। ਵਿਚਾਰ ਛੱਡ ਦੇਣੇ ਬਹੁਤ ਔਖਾ ਹੈ, ਕਿਉਂਕਿ ਜਿਸ ਦਿਨ ਵਿਚਾਰ ਛੱਡ ਦਿੱਤੇ, ਗੁਰੂ ਦੇ ਮੰਨ ਲਏ, ਵਿਚਾਰ ਬਦਲਣ ਨਾਲ ਸੰਸਾਰ ਬਦਲ ਜਾਏਗਾ। ਔਰ ਮੈਨੂੰ ਯਾਦ ਆਉਂਦੀ ਹੈ ਕਹਾਣੀ, ਇੱਕ ਕੁੰਭਾਰ ਇੱਕ ਵਾਰੀ ਘੜਾ ਬਣਾ ਰਿਹਾ ਸੀ। ਘੜਾ ਬਣਾਉਂਦਿਆਂ ਬਣਾਉਂਦਿਆਂ ਮਿੱਟੀ ਉਹਦੇ ਹੱਥ ਵਿੱਚ ਉਹਦਾ ਦਿਲ ਆਇਆ, ਘੜਾ ਨਹੀਂ ਇਹਦੀ ਚਿਲਮ ਬਣਾ ਦਈਏ। ਚਿਲਮ ਕਹਿੰਦੇ ਨੇ ਜਿਹੜੀ ਉਹ ਹੁੱਕੇ ਦੇ ਉੱਤੇ ਰੱਖਦੇ ਨੇ, ਅੱਗ ਪੈਂਦੀ ਉਹਦੇ ਵਿੱਚ। ਸੋਚਦਾ ਇਹਦੀ ਚਿਲਮ ਬਣਾ ਦੇਵਾਂ, ਬਣਾਉਣ ਲੱਗ ਪਿਆ। ਜਦੋਂ ਬਣ ਕੇ ਤਿਆਰ ਹੋ ਗਈ, ਉਹ ਮਿੱਟੀ ਕੁੰਭਾਰ ਨੂੰ ਕਹਿੰਦੀ ਹੈ, ਕਹਿੰਦੇ ਇਹ ਕੀ ਕੀਤਾ? ਕਹਿੰਦੇ ਮੇਰਾ ਵਿਚਾਰ ਤੇ ਸੀ ਘੜਾ ਬਣਾਵਾਂ, ਪਰ ਮੈਂ ਚਿਲਮ ਬਣਾ ਦਿੱਤੀ ਹੈ। ਕਹਿੰਦੇ ਤੇਰਾ ਤੇ ਵਿਚਾਰ ਬਦਲਿਆ, ਮੇਰਾ ਸੰਸਾਰ ਬਦਲ ਗਿਆ। ਤੇਰੇ ਵਿਚਾਰ ਬਦਲਣ ਦੇ ਨਾਲ ਮੇਰਾ ਸੰਸਾਰ ਬਦਲ ਗਿਆ। ਕਿਤੇ ਲੋਕਾਂ ਨੇ ਮੇਰੇ ਅੰਦਰ ਠੰਡਾ ਪਾਣੀ ਪਾਉਣਾ ਸੀ, ਹੁਣ ਅੱਗ ਪਿਆ ਕਰੇਗੀ। ਇੱਕ ਵਿਚਾਰ ਬਦਲਣਾ। ਹੇ ਕੁੰਭਾਰ, ਤੇਰੇ ਵਿਚਾਰ ਨੇ ਮੇਰਾ ਸੰਸਾਰ ਬਦਲ ਦਿੱਤਾ ਹੈ। ਕਾਹਦਾ ਤੇਰਾ ਵਿਚਾਰ ਬਦਲਿਆ? ਹੁਣ ਮੈਨੂੰ ਸਾਰੀ ਉਮਰ ਅੱਗ ਵਿੱਚ ਸੜਨਾ ਪਏਗਾ। ਪਹਿਲਾਂ ਲੋਕਾਂ ਠੰਡਾ ਪਾਣੀ ਪਾਉਣਾ ਸੀ, ਮੇਰੇ ਤੋਂ ਕਿਸੇ ਦੀ ਪਿਆਸ ਬੁਝਣੀ ਕਰਨੀ ਸੀ, ਹੁਣ ਨਹੀਂ ਬੁਝੇਗੀ। ਇਸ ਕਰਕੇ ਕਹਿੰਦੇ ਨੇ, ਵਿਚਾਰਾਂ ਦਾ ਬਦਲ ਜਾਣਾ ਹੀ ਜ਼ਿੰਦਗੀ ਦਾ ਬਦਲ ਜਾਣਾ ਹੈ। ਪਰ ਆਪਣੇ ਵਿਚਾਰਾਂ ਨੂੰ ਛੱਡ ਦੇਣਾ, ਗੁਰੂ ਦੇ ਵਿਚਾਰਾਂ ਨੂੰ ਰੱਖ ਲੈਣਾ। ਇੱਕ ਵਾਰੀ ਕੋਈ ਰੱਖ ਕੇ ਵੇਖੇ, ਜ਼ਿੰਦਗੀ ਬਦਲ ਜਾਏਗੀ। ਬਦਲ ਜਾਂਦੀ ਹੈ, ਪਰ ਔਖਾ ਹੈ ਕੰਮ। ਰੋਜ਼ ਰੋਜ਼ ਆਪਣੇ ਆਪ ਨੂੰ ਛੱਡਣਾ ਬੜਾ ਔਖਾ। ਕਿਉਂ? ਅਨੰਤ ਸਾਲ ਹੋ ਗਏ ਨੇ ਮਨ ਨੂੰ ਇਹੀ ਕੰਮ ਕਰਦੇ ਆ। ਇਹ ਹੁਣੇ ਛੱਡਣੇ ਪੈਣਗੇ। ਇੱਕ ਦਿਨ ਦੀ ਪ੍ਰੈਕਟਿਸ ਹੋਏ, ਛੱਡੀ ਜਾਂਦੀ ਹੈ। ਕਦੇ ਵੇਖਣਾ, ਪਹਿਲਾਂ ਕਿਸੇ ਵੀ ਕੰਮ ਦੇ ਪਹਿਲੇ ਮਨੁੱਖ ਦਾ ਕਰਮ ਹੈ। ਕਰਮ ਤੋਂ ਸੰਸਕਾਰ ਬਣਦਾ ਹੈ, ਸੰਸਕਾਰ ਤੋਂ ਸੁਭਾਅ ਬਣ ਜਾਂਦਾ ਹੈ, ਸੁਭਾਅ ਤੋਂ ਆਦਤ ਬਣ ਜਾਂਦੀ। ਸੁਭਾਅ ਤੇ ਆਦਤ ਇੱਕੋ ਹੀ ਚੀਜ਼ ਨੇ। ਹੁਣ ਸੰਸਕਾਰ ਬਦਲਨੇ ਤੇ ਸੌਖੇ ਨੇ, ਆਦਤ ਬਦਲਣੀ ਬੜੀ ਔਖੀ ਹੈ। ਵਿਦਵਾਨ ਤੇ ਕਹਿੰਦੇ ਆਦਤ ਬਦਲਦੀ ਨਹੀਂ ਹੈ। ਜਦੋਂ ਮਨੁੱਖ ਨੂੰ ਮਾੜੀ ਆਦਤ ਪੈ ਜਾਏ, ਬਹੁਤ ਔਖੀ ਹੈ ਬਦਲਣੀ।
इस करके ਜਿਹੜੇ ਲੋਕ ਆਦੀ ਹੋ ਜਾਂਦੇ ਨੇ, ਆਪਾਂ ਕਹਿੰਦੇ ਆਦੀ ਦਾ ਮਤਲਬ ਆਦਤ, ਨਸ਼ੇ ਦੇ ਆਦੀ ਹੋ ਗਏ ਨੇ, ਕਿਸੇ ਵੀ ਚੀਜ਼ ਦੇ, ਖਾਣੇ ਦੇ ਆਦੀ ਹੋ ਗਏ ਨੇ, ਪਾਉਣ ਦੇ ਆਦੀ ਹੋ ਗਏ ਨੇ, ਆਦਤ ਬਦਲਣੀ ਬੜੀ ਔਖੀ ਹੈ। ਬਹੁਤ ਵਿਰਲੇ ਮਨੁੱਖ ਹੁੰਦੇ ਨੇ ਜਿਹੜੇ ਆਪਣੀ ਆਦਤ ਨੂੰ ਬਦਲ ਲੈਂਦੇ ਨੇ, ਆਦਤ ਬਦਲਣੀ ਔਖੀ ਹੈ। ਇਸ ਕਰਕੇ ਕਹਿੰਦੇ ਨੇ ਗੁਰੂ ਦੇ ਦੁਆਰੇ ਆ ਕੇ ਜੋ ਆਦਤਾਂ ਨੇ ਉਹ ਬਦਲਣੀਆਂ ਪੈਣਗੀਆਂ। ਅੱਜ ਤੇ ਕਿਸੇ ਨੂੰ ਕੋੜਾ ਵੀ ਬੋਲ ਲੈਂਦਾ ਹੈ, ਫਿਰ ਕੋੜਾ ਬੋਲਣਾ ਛੱਡਣਾ ਪਏਗਾ। ਔਰ ਮਹਾਰਾਜ ਤੇ ਕਹਿੰਦੇ ਤੂੰ ਕੁਛ ਵੀ ਨਾ ਛੱਡ, ਬਸ ਇੱਕ ਰੱਬ ਦਾ ਨਾਮ ਫੜ ਲੈ, ਬਾਕੀ ਛੱਡ ਹੀ ਨਾ। ਪਰਮੇਸ਼ਰ ਦੀ ਬੰਦਗੀ ਯਾਦ ਕਰ, ਔਰ ਉਹ ਐਸੀ ਹੈ ਉਹਦੀ ਬੰਦਗੀ, ਉਹ ਤੈਨੂੰ 3 ਚੀਜ਼ਾਂ ਦੇ ਦੇਵੇਗੀ। ਉਸ ਦੀ ਯਾਦ 3 ਚੀਜ਼ਾਂ ਦੇ ਦੇਵੇਗੀ। ਰਸਨਾ ਗੁਣ ਗੋਪਾਲ ਨਿਧ ਗਾਇਣ, ਫਿਰ ਮਿਲੇਗਾ ਕੀ शांत सहज रहस मन उपजयो सगले दुख पलायन। शांति आ जाएगी अंदर। शांति क्यों आएगी? क्योंकि रब दे गुण गा के यही पता लगना है मैं कुछ भी नहीं हाँ, बस उस दिन शांति आ गई। जिस दिन ये पता लग गया मैं कुछ भी नहीं हाँ, उस दिन शांति शांति है। हजे औखा क्यों है मनुख? हजे क्योंकि इनू कुछ करना पैंदा है। करना भावें इन्हें नहीं है पर इनू भरम है। करना इन्हें नहीं है, कराया जाता है तो इनू भरम है ये जिमें। और भरम बड़ी माड़ी चीज़ होंदी है। भरम विच दुख बड़े पैंदे ने। याद रखना जिमें रात नूं अंधेरा है, अंधेरे दे विच अगे सब रस्सी पई है, जिमें रस्सी वेखी है डर लग्या सप है, एकदम मनुख पीछे भज पिया। हुण रस्सी नूं वेख के है ते रस्सी है, कितना दुख लगे है, एकदम अशांति फैल गई है। हजे उन्होंने ज्ञान नहीं है ये सप है कि रस्सी है। इस करके अज्ञानता दे विच दुख ही दुख है। हुण अपने आप नूं मन्ने कौन मैं अज्ञानी हाँ? पहला तो मनना ही पएगा ना। मैं फिर कह दिया यही सब तो औखा है, अपने आप नूं अज्ञानी मनना। जेड़ा अपने आप नूं अज्ञानी मन लैंदा है वही संगत विच बैठ सकता है, वही गुरु की बाणी नूं मन सकता है। हरेक कोई नहीं मन पाएगा। मैं भी बेनती कर लिया, गुरु के दर ते प्रवान वही हो सकता है केड़ा जो अपने आप नूं मन लवे मैं अज्ञानी हाँ। जिन्हें अपने आप नूं हजे ज्ञानवान समझिया होया है उहदा उधार नहीं हो सकता। हुण जदों अज्ञानी की गल चलती है, कल संथिया विच ना शब्द चल रहा सी, जिवें आपां जपजी साहिब दा पाठ करते हैं ना, जदों शब्द आएगा असंख जप असंख भाओ, कैसा है साडा मन, ये मन ते कदी दृष्टि मारना। जदों आएगा ना असंख जप असंख भाओ, सानू बड़ी चंगी जी फीलिंग आएगी भी ठीक है असीं तो जपां वालियां चों ही हाँ, असीं तो पढ़ ही रहे हैं। अगला ही शब्द चलेगा असंख मूर्ख अंधकोर। तो लोग अक्सर कहते सुने जाते हैं वेखो दुनिया के किन्ने ही मूर्ख ने, अपने आप को मूर्ख नहीं मनता। दुनिया के लोग किन्ने ही झूठ बोलते हैं, किन्ने ही गल वंड ने, किन्ने लोगों की हत्या करते हैं, किन्ने लोगों का हक खा जाते हैं। अपने आप से सोई मन नहीं आने दिंदा। अपने आप को किहड़ी साइड च रखेगा? असंख जप असंख पाओ। मन की यही खासियत है। मन अपने आप अपने वल वल उंगल आउण ही नहीं देगा कभी भी जिंदगी। इनू आदत पै चुकी है उंगल दूजे ते चुकण की, फिर अपने उत्ते उंगल किवें चुकेगा? और याद रखना जिन्हां ने अपने उत्ते उंगल चुक लई है दुनिया ने उन्होंने पूजिया है, ये भी याद रखना। जिन्हां लोकां ने अपने उत्ते उंगल चुक लई है, अपने उत्ते उंगल चुकण का मतलब ये वेख लिया मेरे अंदर ही कसूर है, दुनिया अंदर कोई कसूर नहीं है। और मैं बड़ी बारी ये पंक्ति आप जी के सामने रखी है, फरीदा काले मैंडे कपड़े काला मैंडा वेश, गुण ही भरिया मैं फिरा लोक कहें दरवेश। इड्डे वड्डे कामल फकीर बाबा फरीद साहब जी, और उन्हों का कलाम की कहता है? अपने आप को मन लिया, अपने मन को वेख लिया। कहते लोगों मैनू फकीर कहने की जरूरत नहीं है, मैं फकीर नहीं हाँ, मैं तो बहुत ही औगणिया रहा, मैनू फकीर मत कहना।
और ये गल ये नहीं अपने आप नूं लिखी, बकायदा लिखत है 1174 जदों तो तुरे ने अज तई ये गल लगातार ही कही जाती है, लगातार किन्ने 900 साल हो गए ने। बकायदा लिखत दे विच दित्ती मैं माड़ा हाँ। कौन कहेगा लिखत दे विच मैं माड़ा? बोलां दे द्वारा भी मनुख सुन के राजी नहीं है तू माड़ा। इस करके जो झगड़ा हो जाए ना दो मनुखों का, पड़ोसियों का, दोवें पड़ोसी यही कोशिश करते हैं मैं बिल्कुल निर्मल हाँ। कसूर दोवां का ही होंदा है हमेशा। किते भी झगड़ा होया कोई विरली था हुंदी है जिहदे एक मनुख का कसूर होए, नहीं कसूर दोवां का ही होंदा है, एक का कदे कसूर नहीं होंदा। पर हरेक मनुख ये दर्शाना चाहता है असीं ठीक हाँ, यही माड़ा है, यही कलेश करता है रोज। कलेश एक तरफों नहीं होंदा, दोवें तरफों होंदा। इस करके मनुख अपने ते उंगल नहीं चुकन दिंदा। महाराज कहते जदों तई अपने ते उंगल नहीं चुकेगा उधार नहीं होना है। इस गल अज ही त्याग दें, उधार नहीं होना। क्यों? पहला अपने ते उंगल चुकनी पेगी। अपने ते उंगल चुकन का मतलब अपने मन नूं वेखना पेगा। हुण मन नूं कौन वेखेगा? विरले मनुख ने जेड़े मन नूं वेख लैंदे ने उन्हां नूं जिग्यासू कहा जाता है, मन नूं वेखण वालिआं नूं। इस करके आपस कहो कर कछ ना जनावै, हर हर नाम हृदय सद ध्यावै, मन बेचै सतगुर कै पास, ते सेवक के कारज रास। मन नूं वेच ही देना है, रखना की है? वेच ही देना है। हुण जिहड़ी चीज़ वेखी गई है उन्हें वापस किवें लवांगे? इहनूं कहंदे वेचना। कंडीशन तीजी की है, पहली गल है आग्या मन्ने, दूजी गल अपने नूं कुछ भी ना समझे, तीजी गल समझना ही की है अपने मन नूं वेच ही दवे। वेचण का मतलब की है? जे किसी नूं चीज़ वेच दईए उत्ते साडा हक नहीं रहिंदा हुंदा। जे किसी नूं कोई चीज़ वेच दईए कि साडा हक रहिंदा उत्ते? नहीं, ये तो अगले दी हो गई उन्हें। इस करके कहंदे ने मैं अपने मन नूं गुरु अगे वेच दिता है। हुण मन वेच दिता है फिर रखांगा किवें? चुक ही नहीं सकदा। फिर जिवें एक राजे शायद जनक की गल है, उन्हें कह दिता मैनू कोई ज्ञान कराए, बस कराउणा किवें? घोड़ा चढ़न तो पहला पहला 1 सेकंड विच ज्ञान। सारे कोशिशां करते हैं किवें करावांगे, पर हुण ज्ञानी जिहड़े लोग बाहरी तौर पर किताबां पढ़ियां ने वो तो इस चीज़ नूं उपलब्ध नहीं होणगे। ये चीज़ का आंसर तो वही दसेगा जिन्हें अपने आप को सुधारिया है, जिहड़ा आत्म ज्ञानी है। अष्टावक्र सी उस समय। अष्टावक्र कहता मैं ज्ञान करा देंगा, ये किहड़ी वड्डी गल है। हुण राजा चढ़न लग्या, कहता राजा पहला मैनू तेनू अपनी एक चीज़ देनी पेगी, की? अपना मन। तू ये कह दे भी मैं अपना मन तेनू दिता। कहते ठीक है। राजा चढ़न लग्या घोड़े ते, कहते ठीक है। घोड़े ते चढ़न लग्या, उत्ते बहन लग्या, कहते किधर चले? कह चलिया हाँ। कहते क्यों? मन ते मेरा है, तू किधर चले? थले उतरे इस घोड़े तो। हुण अपना मन, राजे नूं समझ आ गई गल, ते मन तो शुरू होनी है सारी। कहते मन नूं पहला वेच देना है। राजा किधर चले? अपनी तेरी मर्जी नहीं चलेगी, हुण मेरी मर्जी चलेगी। जिथे मैं कहांगा तू उत्थे जाना है। अज तो तेरा मन मेरा है। इस करके अपना मन जिस दिन गुरु का मन हो जाएगा उस दिन जिंदगी बदल जाएगी। फिर जे मूँह विचों माड़ा बोल बोलन लगेगा, हाँ भाई तू क्यों बोलता है? तेरा तो मन विक गया, तू हुण बोल किवें बोलदा है? महाराज बाणी दे विच कहंदे ने तन मन धन सब सौंप गुर को। जे तन भी सौंप दिता फिर तो जमा ही गया। ये तो कला मन ही है, तन भी सौंप दिता। किसी नूं माड़ा बोलेगा, क्यों बोल रहे हैं? ये मन गुरु नानक दा है, उत्ते मत्था टेक के आया। मत्था टेकण का मतलब यही है मैं अपना सब को तेरे अगे रख दिता है। हुण जिहड़ा मत्था इत्थे टेक के गया तो बाहर जाके कुछ बोल रहे हैं, वो कहेगा क्यों ऐसा क्यों बोल रहे हैं? तू तो अपना मन उत्थे धारा है। हुण ओहदे मन नाल तू की बोल रहे हैं? अनाप शनाप। तेरा मत्था परवान नहीं है अजे। क्यों? मत्था तू रखिया ही नहीं है अजे। हजे तू शरीर का मत्था ते रख दिता है,
ਆਪਣੇ ਮਨ ਦਾ ਮੱਥਾ ਨਹੀਂ ਰੱਖਿਆ। ਲੋਕੀ ਸਰੀਰ ਦਾ ਮੱਥਾ ਰੱਖਦੇ ਨੇ, ਚੁੱਕ ਕੇ ਲੈ ਜਾਂਦੇ, ਰੋਜ਼ ਰੱਖਦੇ ਨੇ, ਰੋਜ਼ ਲੈ ਜਾਂਦੇ ਨੇ। ਗੁਰਦੁਆਰੇ, ਮੰਦਰ, ਮਸਜਿਦ ਇਹੀ ਪ੍ਰੈਕਟਿਸ ਚੱਲਦੀ ਹੈ ਰੋਜ਼। ਮੈਂ ਫਿਰ ਕਹਿ ਦਿਆ ਕਿ ਪ੍ਰੈਕਟਿਸ ਹੈ, ਠੀਕ ਹੈ, ਪ੍ਰੈਕਟਿਸ ਤੋਂ ਹੀ ਹੌਲੀ ਹੌਲੀ ਆਮ ਅਖਾਣ ਹੈ, ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਮੈਂ ਤਾਂ ਕਹਿੰਦਾ ਕਈ ਵਾਰੀ ਪਰਫੈਕਟ ਵੀ ਬਣਾਉਂਦੀ ਹੈ, ਕਈ ਵਾਰੀ ਕਠੋਰ ਵੀ ਬਣਾ ਦਿੰਦੀ ਹੈ। ਇਕੱਲਾ ਪਰਫੈਕਟ ਕਾਹਦੇ ਵਿੱਚ ਬਣਾ ਦਿੰਦੀ ਹੈ? ਮੱਥਾ ਟੇਕਣ ਵਿੱਚ ਪਰਫੈਕਟ ਬਣਾ ਦਿੰਦੀ ਹੈ। ਰੋਜ਼ ਰੋਜ਼ ਮਨੁੱਖ ਟੇਕਦਾ ਹੈ, ਇੱਕ ਦਿਨ ਟੇਕਦਿਆਂ ਟੇਕਦਿਆਂ ਮਨ ਕਹਿ ਜਾਏਗਾ ਸਤਿਗੁਰੂ ਜੀ ਤੇਰੇ ਤੋਂ ਬਿਨਾ ਹੁਣ ਕੁਛ ਨਹੀਂ ਹੈ, ਮੇਰਾ ਮਨ ਵੀ ਤੂੰ ਹੀ ਸੰਭ ਲੈ। ਇਹ ਪਰਫੈਕਟ ਬਣਾ ਦੇਗਾ। ਹੁਣ ਮਨ ਗੁਰੂ ਦੇ ਅੱਗੇ ਰੱਖ ਲਿਆ ਤੇ ਫਿਰ ਆਪਣੇ ਅਨੁਸਾਰ ਜ਼ਿੰਦਗੀ ਜੀ ਰਿਹਾ। ਇਹਦਾ ਮਤਲਬ ਇਹ ਹੈ ਹਜੇ ਮਨ ਤੇ ਇਹਨੇ ਨਹੀਂ ਦਿੱਤਾ, ਝੂਠ ਬੋਲਦਾ ਹੈ। ਝੂਠ ਬੋਲਦਾ, ਮੈਂ ਉਹਦਾ ਸਿੱਖ ਹਾਂ, ਝੂਠ ਬੋਲਦਾ ਹੈ। ਮਨ ਨਹੀਂ ਰੱਖਿਆ ਨੇ। ਵੇਚਿਆ ਕਦੋਂ ਹੈ? ਜਦੋਂ ਤੂੰ ਵੇਚ ਹੀ ਦਿੱਤਾ ਹੈ। ਸੇਵਕ ਦੀ ਨਿਸ਼ਾਨੀ ਹੈ ਸਾਧ ਸੰਗਤ। ਮੈਂ ਫਿਰ ਕਹਿੰਦਾ ਸੇਵਕ ਬਣਨਾ ਕੋਈ ਆਸਾਨ ਨਹੀਂ ਹੈ। ਉੱਤੋਂ ਤੋਂ ਕਹਿ ਦੇਣਾ ਠੀਕ ਹੈ ਮੈਂ ਸੇਵਾਦਾਰ ਹਾਂ ਗੁਰੂ ਘਰ ਦਾ, ਬਹੁਤ ਔਖਾ ਹੈ ਸੇਵਾਦਾਰ ਬਣਨਾ। ਸੇਵਾਦਾਰ ਦੇ 3 ਲੱਛਣ ਆਪਾਂ ਦੱਸੇ ਨੇ। ਪਹਿਲੀ ਗੱਲ ਆਗਿਆ ਵਿੱਚ ਰਹਿਣਾ, ਦੂਜੀ ਗੱਲ ਆਪਣੇ ਆਪ ਨੂੰ ਕੁਛ ਵੀ ਨਾ ਮੰਨਣਾ, ਤੀਜੀ ਗੱਲ ਆਪਣੇ ਮਨ ਨੂੰ ਵੇਚ ਦੇਣਾ। ਵੇਚ ਦੇਣਾ, ਹੁਣ ਜੇ ਮਨ ਵੇਚ ਦਿੱਤਾ ਹੈ ਭਾਵ ਮੇਰਾ ਹੁਣ ਕੁਛ ਨਹੀਂ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਹੁਣ ਇਹ ਵੇਚਣ ਦੀ ਪ੍ਰੈਕਟਿਸ ਹੈ। ਚੌਥੀ ਗੱਲ ਮੈਂ ਆਪ ਜੀ ਦੇ ਸਾਹਮਣੇ ਰੱਖਾਂ, ਫਿਰ ਐਸਾ ਮਨੁੱਖ ਸੇਵਾ ਵੀ ਕਰੇਗਾ ਵੇਚ ਕੇ ਮਨ, ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਹੁਣ ਸੇਵਾ ਵੀ ਕਰੇਗਾ, ਉਹ ਕਹੇਗਾ ਮੈਂ ਸੇਵਾ ਨਹੀਂ ਕਰ ਰਿਹਾ। ਸੇਵਾ ਤੇ ਉਹ ਕਰਾ ਰਿਹਾ ਹੈ ਕਿਉਂਕਿ ਮਨ ਮੇਰਾ ਨਹੀਂ ਹੈ, ਮੈਂ ਫਿਰ ਸੇਵਾ ਕਰ ਹੀ ਨਹੀਂ ਸਕਦਾ। ਮਨ ਸੌਂਪ ਦਿੱਤਾ ਹੈ। ਸੇਵਾ ਕਰਦਿਆਂ ਕਰਦਿਆਂ ਇਹਦੇ ਅੰਦਰ ਨਿਸ਼ਕਾਮ ਭਾਵਨਾ ਆ ਜਾਏਗੀ। ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਰੋਜ਼ ਰੋਜ਼ ਸੇਵਾ ਕਰਦਿਆਂ, ਰੋਜ਼ ਰੋਜ਼ ਬੰਦਗੀ ਕਰਦਿਆਂ ਇੱਕ ਦਿਨ ਇਹ ਕਹਿ ਦੇਗਾ ਮੈਂ ਕੁਛ ਵੀ ਨਹੀਂ ਆ। ਇਹਦੇ ਨੂੰ ਗਿਆਨ ਹੋ ਜਾਏਗਾ, ਅਨੁਭਵ ਹੋ ਜਾਏਗਾ ਅੰਦਰੋਂ। ਅੰਤ ਦੇ ਵਿੱਚ ਮਹਾਰਾਜ ਕਹਿੰਦੇ ਨੇ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਜਿਹਦੇ ਤੇ ਪਰਮਾਤਮਾ ਕਿਰਪਾ ਕਰਦਾ ਹੈ, ਭਾਵ ਜਿਹਦੇ ਭਾਗ ਵੱਡੇ ਹੋ ਜਾਂਦੇ ਨੇ, ਉਹ ਗੁਰੂ ਦੀ ਗੱਲ ਨੂੰ ਮੰਨ ਸਕਦਾ, ਨਹੀਂ ਮੰਨ ਹੀ ਨਹੀਂ ਸਕਦਾ ਕੋਈ। ਇਹ ਵੀ ਗੱਲ ਨਾਲ ਹੀ ਹੈ। ਜਿਹਦੇ ਤੇ ਉਹ ਕਿਰਪਾ ਕਰਦਾ ਹੈ, ਕਿਰਪਾ ਦੀ ਨਿਸ਼ਾਨੀ ਕੀ? ਉਹ ਸੰਗਤ ਵਿੱਚ ਆ ਜਾਏਗਾ। ਇਹ ਨਿਸ਼ਾਨੀ ਮੈਂ ਬੜੀ ਵਾਰੀ ਕਿਹਾ ਹੈ। ਮਹਾਰਾਜ ਬਾਣੀ ਵਿੱਚ ਹੀ ਕਹਿੰਦੇ ਨੇ ਇਹੀ ਕਿਰਪਾ ਦੀ ਨਿਸ਼ਾਨੀ ਹੈ ਜਿਹੜਾ ਸੰਗਤ ਵਿੱਚ ਆ ਗਿਆ। ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਮਿਲਣ ਦਾ ਮਤਲਬ ਉਹਦੇ ਬੋਲ ਮੈਨੂੰ ਸੁਣਨ ਲੱਗ ਪਏ ਨੇ। ਪਰਮਾਤਮਾ ਜਦੋਂ ਕਿਰਪਾ ਕਰਦਾ, ਕੀ ਕਿਰਪਾ ਕਰਦਾ? ਮਨੁੱਖ ਨੂੰ ਗੁਰੂ ਮਿਲਾ ਦਿੰਦਾ। ਇਹੀ ਕਿਰਪਾ ਕਰਦਾ। ਮਹਾਰਾਜ ਕਹਿੰਦੇ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਗੁਰੂ ਦੀ ਮਤ ਉਹੀ ਸੇਵਕ ਲੈਂਦਾ ਹੈ ਜਿਹ ਤੇ ਪਰਮਾਤਮਾ ਕਿਰਪਾ ਕਰਦਾ। ਔਰ ਬਾਣੀ ਕਹਿੰਦੀ ਹੈ ਜਦੋਂ ਗੁਰੂ ਦੀ ਮਤ ਆ ਜਾਂਦੀ ਹੈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ ਇੱਕ। ਸਿਰਫ ਇੱਕ ਸਿੱਖਿਆ ਹੀ ਅੰਦਰ ਵਸ ਗਈ। ਮਨੁੱਖ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਰੱਬੀ ਗੁਣੇ ਦੇ ਅੰਦਰ ਪ੍ਰਗਟ ਹੋ ਜਾਣਗੇ। ਨਿਰਭਉ ਹੋ ਜਾਏਗਾ, ਨਿਰਵੈਰ ਹੋ ਜਾਏਗਾ। ਇੱਕ ਸਿੱਖਿਆ ਜਿੱਦਣ ਵਸ ਗਈ, ਜਿਹਨੂੰ ਬਾਣੀ ਕਹਿੰਦੀ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਇੱਕ ਸ਼ਬਦ ਮੇਰੇ ਅੰਦਰ ਵਸ ਗਿਆ, ਦੁਬਾਰਾ ਮੈਨੂੰ ਆਉਣ ਜਾਣ ਦੀ ਲੋੜ ਨਹੀਂ ਹੈ। ਇੱਕ ਸਿੱਖਿਆ। ਹੁਣ ਇੱਕ ਹੀ ਵਸਣੀ ਬੜੀ ਔਖੀ ਹੈ। ਇੱਕ ਕਦੋਂ ਵਸੇਗੀ? ਜਦੋਂ ਉਹਦੀ ਕਿਰਪਾ ਹੋਣੀ ਹੈ। ਕਿਰਪਾ ਕਿਵੇਂ ਹੋਏਗੀ? ਜਦੋਂ ਪਾਤਰਤਾ ਹੋਏਗੀ। ਮੈਂ ਫਿਰ ਇਹ ਬੇਨਤੀ ਕਰਦਾ, ਕਦੀ ਐਵੇਂ ਮਤ ਸਮਝ ਲੈਣਾ ਮਨੁੱਖ ਘਰ ਵਿੱਚ ਬੈਠਾ ਰਹੇ, ਚਲੋ ਜਦੋਂ ਕਿਰਪਾ ਹੋਏਗੀ ਤੇ ਉਦੋਂ ਵੇਖ ਲਵਾਂਗੇ। ਯਾਦ ਰੱਖਣਾ ਹੈ ਰੱਬ ਦੇ ਕੰਮ ਵਿੱਚ ਹੀ ਕਹਿੰਦਾ ਕਿਰਪਾ ਹੋਏਗੀ, ਕਦੇ ਘਰ ਦੇ ਕੰਮ ਵਿੱਚ ਨਹੀਂ ਕਹਿੰਦਾ ਕਿਰਪਾ ਹੋਏਗੀ ਤੇ ਰੋਟੀ ਕਮਾ ਲਵਾਂਗੇ, ਕਦੀ ਨਹੀਂ ਕਹਿੰਦਾ। ਮਨੁੱਖ ਦਾ ਮਨ ਬੜਾ ਤੇਜ਼ ਹੈ। ਇਹ ਸਿਰਫ ਘਰ ਦੇ ਕੰਮ 'ਚ ਤੇ ਕਦੇ ਨਹੀਂ ਕਹਿੰਦਾ ਬੱਚੇ ਨੂੰ ਬਾਹਰ ਭੇਜਣਾ, ਚਲੋ ਜਦੋਂ ਕਿਰਪਾ ਹੋਏਗੀ ਤੇ ਆਪਣੇ ਫਲ ਲੱਗ ਜਾਏਗੀ, ਕਦੇ ਨਹੀਂ। ਪੂਰੀ ਕੋਸ਼ਿਸ਼ਾਂ ਕਰਦਾ ਹੈ। ਉਹਦੇ ਵਿੱਚ ਤੇ ਪੂਰੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ। ਜਦੋਂ ਰੱਬ ਦਾ ਕੰਮ ਆ ਜਾਏਗਾ, ਨਾਮ ਜਪਿਆ ਕਰੋ। ਐਵੇਂ ਕਿਵੇਂ ਜਪਿਆ ਜਾਂਦਾ ਹੈ? ਕਿਰਪਾ ਹੋਏਗੀ ਤੇ ਜਪ ਲਵਾਂਗੇ, ਐਵੇਂ ਕਹਿ ਦਿੰਦਾ। ਉਸ ਕੰਮ ਵਿੱਚ ਜੇ ਉਹਨੂੰ ਕਹਦੇ ਕੋਈ ਗੁਰੂ ਧਾਰਨ ਕਰ ਲਵੋ, ਜਦੋਂ ਕਿਰਪਾ ਹੋਏਗੀ, ਕਰਮਾਂ ਦੀ ਗੱਲ ਹੈ।
ਤੂੰ ਬਿਜ਼ਨਸ ਵਿੱਚ ਕਿਉਂ ਨਹੀਂ ਕਹਿੰਦਾ? ਕਰਮਾਂ ਦੀ ਗੱਲ ਹੈ। ਦੁਕਾਨ ਖੋਲਣੀ ਹੈ, ਬੰਦ ਰੱਖ, ਤੇ ਜਦੋਂ ਕਿਰਪਾ ਹੋਏਗੀ ਤੇ ਖੋਲ ਲਵਾਂਗੇ। ਉਹ ਤੇ ਜਾ ਕੇ ਖੋਲ ਲੈਂਦਾ ਸਵੇਰੇ ਸਵੇਰੇ। ਜਦੋਂ ਸੰਗਤ ਦੀ ਪੁੱਛੀਏ, ਬਸ ਸਮਾਂ ਹੀ ਨਹੀਂ ਹੈ, ਕਿਰਪਾ ਹੋਏਗੀ ਤੇ ਸੰਗਤ ਵਿੱਚ ਆ ਜਾਵਾਂਗੇ। ਗੱਲ ਇਹਦੀ ਠੀਕ ਹੈ, ਕਿਰਪਾ ਤੋਂ ਬਿਨਾਂ ਸੰਗਤ ਵਿੱਚ ਆ ਹੀ ਨਹੀਂ ਸਕਦਾ। ਪਰ ਕਿਰਪਾ ਕਿਵੇਂ ਹੁੰਦੀ ਹੈ? ਪਹਿਲਾਂ ਮਨੁੱਖ ਦੀ ਪਾਤਰਤਾ ਬਣਦੀ ਹੈ। ਜਿਵੇਂ ਅਸੀਂ ਕਹਿੰਦੇ ਹਾਂ ਨਾ, ਇੱਕ ਬੱਚੇ ਨੂੰ 12 ਸਾਲ ਦੇ ਬੱਚੇ ਨੂੰ ਕੋਈ ਮੋਟਰਸਾਈਕਲ ਨਹੀਂ ਲੈ ਕੇ ਦਿੰਦਾ, 18 ਸਾਲ ਦੇ ਨੂੰ ਦੇ ਦਿੰਦੇ ਨੇ। ਕਿਉਂ? 18 ਸਾਲ ਦਾ ਉਹਨੂੰ ਸੰਭਾਲ ਸਕਦਾ ਹੈ। ਸੰਗਤ ਵੀ ਗੁਰੂ ਉਹਨੂੰ ਦਿੰਦਾ ਹੈ ਜਿਹੜਾ ਸੰਗਤ ਦੇ ਬੋਲਾਂ ਨੂੰ ਸੰਭਾਲ ਸਕੇ। ਹਰੇਕ ਤੋਂ ਤੇ ਸੰਭਾਲੇ ਵੀ ਨਹੀਂ ਜਾਂਦੇ, ਉਹਨੂੰ ਹੀ ਤੇ ਮਿਲਦੇ ਨੇ। ਹੁਣ ਇਹਦੀ ਪਾਤਰਤਾ, ਜਿੰਨੇ ਆਪ ਇੱਥੇ ਬੈਠੇ ਹੋ, ਇਹ ਪਾਤਰਤਾ ਹੈ ਤਾਂ ਬੈਠੇ ਹੋ। ਹਾਂ, ਹੌਲੀ ਹੌਲੀ ਪਾਤਰਤਾ ਖਤਮ ਹੀ ਹੁੰਦੀ ਰਹਿੰਦੀ ਹੈ, ਬਣਦੀ ਵੀ ਰਹਿੰਦੀ ਹੈ। ਨਵੇਂ ਆ ਜਾਂਦੇ ਨੇ, ਪੁਰਾਣੇ ਚਲ ਜਾਂਦੇ ਨੇ। ਇਹ ਵੀ ਵੇਖਦੇ ਰਹਿਣਾ ਕਿ ਅਸੀਂ ਤਾਂ ਲਗਾਤਾਰ ਹੀ ਸੰਗਤ ਵਿੱਚ ਰਹਿੰਦੇ ਹਾਂ। ਇਹ ਵੀ ਵੇਖਿਆ ਜਾਂਦਾ ਹੈ, ਕਈ ਵਾਰੀ ਨਵੇਂ ਆਉਣੇ ਸ਼ੁਰੂ ਹੋ ਜਾਂਦੇ ਨੇ, ਪੁਰਾਣੇ ਚਲੇ ਜਾਂਦੇ ਨੇ। ਕਿਉਂ? ਕਈ ਵਾਰੀ ਪਾਤਰਤਾ ਖਤਮ ਵੀ ਹੋ ਜਾਂਦੀ ਹੈ। ਫਿਰ ਕਿਤੇ ਮਹੀਨੇ ਬਾਅਦ ਪਾਤਰਤਾ ਬਣ ਜਾਏਗੀ, ਫਿਰ ਆ ਜਾਣਗੇ। ਇਹ ਸਭ ਪਾਤਰਤਾ ਦੀ ਗੱਲ ਹੈ। ਪਾਤਰਤਾ ਮਤਲਬ ਮਨੁੱਖ ਦੇ ਕੋਲ ਉੱਡਾ ਭਾਂਡਾ ਹੋਣਾ ਚਾਹੀਦਾ ਉਹਨੂੰ ਸੰਭਾਲਣ ਦਾ। ਉਹ ਕਿਵੇਂ ਬਣਿਆ? ਆਪ ਜੀ ਦਾ ਕੋਈ ਪੁਰਾਣਾ ਕਰਮ ਹੈ, ਕੋਈ ਸੇਵਾ ਕੀਤੀ ਹੋਏਗੀ ਪੁਰਾਣੀ, ਕੋਈ ਰੱਬ ਦਾ ਨਾਮ ਜਪਿਆ ਹੋਏਗਾ, ਉਹਦੀ ਪਾਤਰਤਾ ਬਣ ਗਈ। ਬਾਣੀ ਕਹਿੰਦੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈ ਰਾਗੀ। ਪੂਰਬ ਦੇ ਕਰਮ ਨੇ ਜਿਹੜੇ ਬੀਜੇ ਹੋਏ, ਉਹਨਾਂ ਨੇ ਮਨ ਦੇ ਅੰਦਰ ਸੰਕਲਪ ਪੈਦਾ ਕਰ ਦਿੱਤਾ, ਚੱਲ ਸੰਗਤ ਵਿੱਚ ਚੱਲੀਏ। ਆਪ ਜੀ ਆ ਗਏ ਹੋ, ਜਿਸ ਦਿਨ ਸੰਕਲਪ ਖਤਮ ਵੀ ਹੋ ਸਕਦੇ ਨੇ, ਪਾਤਰਤਾ ਖਤਮ ਵੀ ਹੋ ਸਕਦੀ ਹੈ। ਸੋ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ, ਰੋਜ਼ ਸੇਵਾ ਕਰੀਏ, ਸਿਮਰਨ ਕਰੀਏ, ਤਾਂ ਜੋ ਸੰਗਤ ਦੀ ਪਾਤਰਤਾ ਬਣੀ ਰਹੇ। ਸੰਗਤ ਵਿੱਚੋਂ ਹੀ ਮਨੁੱਖ ਨੂੰ ਸਾਰਾ ਕੁਝ ਪ੍ਰਾਪਤ ਹੋਣਾ। ਸੰਗਤ ਵਿੱਚੋਂ ਜ਼ਿੰਦਗੀ ਬਦਲਦੀ ਹੈ, ਸੰਗਤ ਵਿੱਚੋਂ ਹੀ ਹਰੇਕ ਚੀਜ਼ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ, ਜਿਵੇਂ ਜਿਵੇਂ ਅਸੀਂ ਬੰਦਗੀ ਕਰਾਂਗੇ, ਰੋਜ਼ ਸੰਗਤ ਕਰਾਂਗੇ, ਜ਼ਿੰਦਗੀ ਖੁਸ਼ਹਾਲ ਤੇ ਆਤਮਿਕ ਆਨੰਦ ਮਿਲ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ। ਕੱਲ ਨੂੰ ਅਸੀਂ ਜਿਹੜਾ ਅਗਲਾ ਸ਼ਬਦ ਹੈ, 20 ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਜਦੋਂ ਗੁਰੂ ਦਾ ਮਨ ਮੰਨ ਜਾਏਗਾ, ਪਰਮੇਸ਼ਰ ਦਾ ਪਤਾ ਉਸ ਦਿਨ ਲੱਗਣਾ। ਉਹ ਕਿੰਨੀਆਂ ਡੂੰਘੀਆਂ ਗੱਲਾਂ ਨੇ। ਮੈਂ ਸੋਚਦਾ ਮਨੁੱਖ ਕਿਵੇਂ ਹੀ ਸੋਚੀ ਜਾਂਦਾ ਮੈਨੂੰ ਪਰਮੇਸ਼ਰ ਮਿਲ ਗਿਆ, ਉਹ ਬੜਾ ਵੱਡਾ ਹੈ। ਇਹ ਤੇ ਬੜਾ ਡੂੰਘਾ ਚੱਲ ਰਹੇ ਨੇ ਮਹਾਰਾਜ। ਪਰਮੇਸ਼ਰ ਨੂੰ ਮਿਲਣ ਵਾਸਤੇ ਕਿਹੜੇ ਕਿਹੜੇ ਗੁਣ ਚਾਹੀਦੇ ਨੇ, ਕੋਈ ਸੌਖਾ ਨਹੀਂ ਹੈ ਉਹਦੇ ਨੇੜੇ ਪਹੁੰਚਣਾ। ਇਹ ਸਾਰੀ ਗੱਲ ਹੁਣ ਅਸੀਂ ਕੱਲ ਨੂੰ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।